अंधड़े कुला, चित न आवे हिकड़ो। नानक सेई तन फुटन, जिन्ना साईं विसरै। महला पंजवा। प्रेतों की तोन देवता, तिन करनै हारे। सभे सिख उबारियन, प्रभ काज सवारे। निंदक पकड़ पछाड़ियन, झूठे दरबारे। नानक का प्रभ बड़ा है, आप साज सवारे। पौड़ी प्रभ बेअंत, किछ अंत नाही। सब तिस्से करना, अगम अगोचर साहिबो। जिया का परना, हस्त दे पत पालदा। भरण पोखण करना, मेहरबान बख्शिंद आप। जप सच्चे तरना, जो तुद भावै सो भला। नानक दास शरणा। वाहिगुरु जी का खालसा, वाहिगुरु जी की फतेह। गुरु सवारी साध संगत जीओ, बाणी गुरु, गुरु है बाणी। विच बाणी अमृत सारे। गुर बाणी कहे, सेवक जन माने। प्रतख गुरु निस्तारे। इस गल विच कोई मुबालगा नहीं, भुलेखा नहीं। गुरु शुभ मत दे के सानू मार्गदर्शन करते हैं। ते ਜਿਹੜੇ ਮਨੁੱਖ, ਜਿਹੜੇ ਪ੍ਰਾਣੀ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਸੁਣ ਕੇ ਮੰਨ ਲੈਂਦੇ ਨੇ, ਆਪਣੇ ਜੀਵਨ ਨੂੰ ਠੀਕ ਰਸਤੇ ਤੇ ਪਾਉਂਦੇ ਹਨ, ਉਹ ਸੰਸਾਰ ਸਾਗਰ ਵਿੱਚੋਂ ਤਰ ਜਾਂਦੇ। ਹੁਣ ਪਾਤਸ਼ਾਹ ਇਸ ਸ਼ਲੋਕ ਵਿੱਚ ਫਰਮਾਉਂਦੇ ਨੇ, ਦੇਖੋ ਜਿਹੜੇ ਪਸ਼ੂ ਹਨ, ਪੰਛੀ ਹਨ, ਉਹਨਾਂ ਕੋਲ ਮਨੁੱਖ ਵਰਗੀ ਸੋਚਣ ਦੀ, ਸਮਝਣ ਦੀ ਸ਼ਕਤੀ ਨਹੀਂ ਹੈ। ਪਰ ਮਨੁੱਖ ਨੂੰ ਪਰਮਾਤਮਾ ਨੇ ਸੋਚਣ ਦੀ ਸ਼ਕਤੀ ਦਿੱਤੀ। ਇਹ ਜੀਵਨ ਦੇ ਅੰਦਰ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਇਹ ਸੋਚਣ ਦੀ ਸਮਰੱਥਾ ਰੱਖਦਾ ਕਿ ਕਿਹੜਾ ਕੰਮ ਮੇਰੇ ਲਈ ਲਾਹੇਵੰਦ ਹੈ ਤੇ ਕਿਹੜਾ ਮੇਰੇ ਲਈ ਨੁਕਸਾਨਦੇਹ। ਇਸੇ ਲਈ ਮਨੁੱਖ ਨੂੰ ਵਪਾਰੀ ਵੀ ਕਿਹਾ ਹੈ। ਔਰ ਇਹ ਵੀ ਬਾਣੀ ਵਿੱਚ ਸਮਝਾਇਆ ਹੈ ਕਿ ਅਸੀਂ ਸਾਰੇ ਜੀਵ ਵਣਜਾਰੇ ਹਾਂ। ਵਣਜ ਕਰਨ ਵਾਸਤੇ ਸੰਸਾਰ ਵਿੱਚ ਆਏ। ਪਰਮਾਤਮਾ ਨੇ ਸਾਨੂੰ ਸਵਾਸਾਂ ਰੂਪੀ ਪੂੰਜੀ ਦੇ ਕੇ ਭੇਜਿਆ। ਹੁਣ ਉਸ ਪੂੰਜੀ ਦੀ ਵਰਤੋਂ ਅਸੀਂ ਕਿਵੇਂ ਕਰਨੀ? ਇੱਥੇ ਅਸੀਂ ਆਪਣੀ ਬੁੱਧੀ ਦੀ ਵਰਤੋਂ ਕਰਨੀ, ਔਰ ਬੁੱਧੀ ਵਿੱਚ ਵਿਵੇਕ ਜਿਹੜਾ ਉਸ ਦਾ ਆਸਰਾ ਲੈ ਕੇ ਤੁਰਨਾ। ਜਿਵੇਂ ਦੁਨਿਆਵੀ ਕੰਮਾਂ ਵਿੱਚ ਅਸੀਂ ਬੜੇ ਸਾਵਧਾਨ ਹੋ ਕੇ ਤੁਰਦੇ ਹਾਂ, ਉਹ ਸੌਦਾ ਖਰੀਦੀਏ, ਉਹ ਵਪਾਰ ਕਰੀਏ ਜਿਹਦੇ ਨਾਲ ਸਾਡੇ 2 ਦੇ 4 ਬਣ ਜਾਣ। ਕੋਈ ਐਸਾ ਵਪਾਰੀ ਨਹੀਂ ਦੇਖਿਆ ਜਿਹੜਾ ਘਾਟੇ ਬੰਦਾ ਸੌਦਾ ਕਰੇ। ਤੋ ਗੁਰੂ ਮਹਾਰਾਜ ਫਰਮਾਉਂਦੇ ਨੇ, ਇਸੇ ਤਰ੍ਹਾਂ ਇਹ ਜਿਤਨੇ ਸੰਸਾਰ ਦੇ ਕੰਮ ਧੰਦੇ ਅਸੀਂ ਕਰ ਰਹੇ, ਇਹਨਾਂ ਨੂੰ ਕਰਨ ਤੋਂ ਪਹਿਲਾਂ ਵਿਚਾਰ ਕਰੀਏ ਕਿ ਇਹਨਾਂ ਵਿੱਚ ਕਿਤਨਾ ਲਾਹਾ ਹੈ ਤੇ ਕਿਤਨਾ ਟੋਟਾ।
ਲਓ ਗੁਰੂ ਮਹਾਰਾਜ ਨੇ ਇਸ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਹੈ। ਤੰਦੜੇ ਕੁਲਾ, ਹੁਣ ਅੱਖਰ ਤੇ ਦੋ ਹਨ। ਜਿਤਨੇ ਅਸੀਂ ਸਵੇਰ ਤੋਂ ਸ਼ਾਮ ਤੀਕਰ ਕੰਮ ਕਰਦੇ ਹਾਂ ਉਹਨੂੰ ਧੰਦਾ ਕਹਿੰਦੇ। ਉਹਦਾ ਬਹੁ ਵਚਨ ਧੰਦੜੇ ਬਣ ਗਿਆ। ਆਖਿਆ ਇਹ ਜਿਤਨੇ ਧੰਦੜੇ ਹਨ, ਕੁਲਾਹ, ਇੱਕ ਹੁੰਦਾ ਲਾਹਾ, ਇੱਕ ਹੁੰਦਾ ਕੁਲਾਹਾ, ਇੱਕ ਹੁੰਦਾ ਵਾਧਾ, ਇੱਕ ਹੁੰਦਾ ਘਾਟਾ। ਆਖਿਆ ਇਹ ਜਿਤਨੇ ਧੰਦੜੇ ਪਰਮਾਤਮਾ ਨੂੰ ਭੁੱਲ ਕੇ ਅਸੀਂ ਕਰਦੇ ਹਾਂ, ਇਹ ਘਾਟੇ ਬੰਦੇ ਹਨ। ਪਰ ਕੋਈ ਮੰਨਣ ਲਈ ਤਿਆਰ ਨਹੀਂ। ਕਿਸੇ ਨੂੰ ਪ੍ਰੇਰਨਾ ਕਰੋ, ਕਿਸੇ ਨੂੰ ਸਮਝਾਉਣ ਦਾ ਯਤਨ ਕਰੋ, ਆਂਦੇ ਜੀ ਤੁਹਾਨੂੰ ਕੀ ਪਤਾ, ਅਸੀਂ ਜੋ ਕਰ ਰਹੇ ਹਾਂ ਠੀਕ ਕਰ ਰਹੇ। ਪਰ ਗੁਰੂ ਮਹਾਰਾਜ ਫਰਮਾਉਂਦੇ ਨੇ, ਚਿੱਤ ਨਾ ਆਵੈ ਹਿਕੜੋ। ਚਿੱਤ ਦੇ ਤੱਤੇ ਨੂੰ ਸਿਆਰੀ ਹੈ। ਜਿਸ ਧੰਦੇ ਦੇ ਕੀਤਿਆਂ, ਜਿਸ ਕੰਮ ਦੇ ਕੀਤਿਆਂ ਚਿੱਤ ਨਾ ਆਵੈ ਹੇਕੜੋ। ਹੇਕੜੋ ਦਾ ਮਤਲਬ ਹੈ ਇੱਕ ਪਰਮਾਤਮਾ ਯਾਦ ਨਹੀਂ ਆਉਂਦਾ, ਉਹ ਧੰਦੇ ਸਾਰੇ ਹੀ ਘਾਟੇ ਹੁੰਦੇ ਹਨ। ਉਹਨਾਂ ਦੇ ਕੀਤਿਆਂ ਸਾਨੂੰ ਨੁਕਸਾਨ ਹੀ ਨੁਕਸਾਨ। ਹੁਣ ਇੱਕੋ ਹੀ ਪੰਗਤੀ ਸਾਨੂੰ ਸਾਵਧਾਨ ਕਰਦੀ, ਕੰਮ ਤੇ ਕਰੋ ਪਰ ਇਹ ਸੋਚ ਕੇ ਕਰੋ ਕਿ ਇਹਦੇ ਵਿੱਚ ਘਾਟਾ ਕਿਤਨਾ ਤੇ ਵਾਧਾ ਕਿਤਨਾ। ਗੁਰੂ ਜੀ ਨੇ ਸਾਨੂੰ ਮਾਰਗਦਰਸ਼ਨ ਕਰ ਦਿੱਤਾ। ਜੇ ਤੇ ਉਸ ਕੰਮ ਦੇ ਕੀਤਿਆਂ ਪਰਮਾਤਮਾ ਯਾਦ ਰਹਿੰਦਾ ਫਿਰ ਤੇ ਉਹ ਲਾਹੇਵੰਦ ਹੈ, ਤੇ ਜੇ ਪਰਮਾਤਮਾ ਭੁੱਲ ਜਾਂਦਾ ਫਿਰ ਉਹ ਘਾਟੇ ਬੰਦਾ। ਸੱਚਮੁੱਚ ਵਿਚਾਰ ਕੇ ਦੇਖੀਏ, ਆਪਾਂ ਸਵੇਰ ਤੋਂ ਸ਼ਾਮ ਤੱਕ ਜੋ ਧੰਦੇ ਕਰਦੇ ਹਾਂ ਉਹਨਾਂ ਵਿੱਚ ਕਿੰਨਾ ਕੁ ਲਾਭ ਹੈ, ਕਿਤਨਾ ਕੁ ਨਫਾ ਹੈ। ਕਿਉਂਕਿ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਪਰਮਾਤਮਾ ਨੂੰ ਭੁੱਲ ਕੇ ਅਸੀਂ ਧੰਦਿਆਂ ਵਿੱਚ ਲੱਗੇ ਰਹੇ। ਕਿਸੇ ਨੂੰ ਪ੍ਰੇਰਨਾ ਕਰੋ, ਸਮਝਾਓ, ਕਹਿੰਦੇ ਜੀ ਇਹਦੇ 'ਚ ਕੀ ਪਿਆ, ਗੁਰਦੁਆਰੇ ਜਾ ਕੇ ਕੀ ਮਿਲੇਗਾ, ਬਾਣੀ ਪੜ੍ਹ ਕੇ ਕੀ ਮਿਲੇਗਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ। ਤੇ ਗੁਰੂ ਮਹਾਰਾਜ ਫਰਮਾਉਂਦੇ ਨੇ, ਧੰਦੜੇ ਕੁਲਾ ਚਿੱਤ ਨਾ ਆਵੈ ਹਿਕੜੋ। ਜਿਸ ਧੰਦੇ ਦੇ ਕਰਨ ਦੇ ਨਾਲ ਉਹ ਇੱਕ ਭੁੱਲ ਜਾਂਦਾ। ਦੇਖੋ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਦੀ ਬਾਣੀ ਪੜ੍ਹ ਕੇ ਦੇਖੀ। ਭਗਤ ਕਬੀਰ ਜੀ ਕਹਿੰਦੇ ਹਨ, ਮੈਂ ਤੇ ਥੋੜ੍ਹੇ ਜਿਹੇ ਸਮੇਂ ਲਈ ਪਰਮਾਤਮਾ ਨੂੰ ਭੁੱਲ ਜਾਵਾਂ ਮੈਨੂੰ ਬੜਾ ਨੁਕਸਾਨ ਲੱਗਦਾ। ਉਹ ਕਿਉਂਕਿ ਖੱਡੀ ਚਲਾਉਣ ਦਾ ਕੰਮ ਕਰਦੇ ਸਨ, ਤੇ ਖੱਡੀ ਕਿਸੇ ਨੇ ਦੇਖੀ ਹੋਵੇ ਉਹਨੂੰ ਚਲਾਉਣ ਵਾਸਤੇ ਤਥਾ ਕੱਪੜਾ ਬੁਣਨ ਵਾਸਤੇ ਇੱਕ ਹੈਂਡਲ ਹੁੰਦਾ, ਉਹਦੇ ਵਿੱਚ ਇੱਕ ਸ਼ੈਟਲ ਚੱਲਦਾ। ਸ਼ੈਟਲ ਦੇ ਵਿੱਚ ਇੱਕ ਸੂਈ ਹੁੰਦੀ ਹੈ, ਸੂਈ ਦੇ ਉੱਤੇ ਸੂਤਰ ਦੀ ਨਲੀ ਲਾਈ ਜਾਂਦੀ, ਅਤੇ ਜਿਉਂ-ਜਿਉਂ ਉਸ ਨੂੰ ਚਲਾਈਦਾ ਹੈ ਉਹ ਫਿਰ ਤਾਣੇ ਵਿੱਚ ਪੇਟਾ ਪੈ ਜਾਂਦਾ ਅਤੇ ਕੱਪੜਾ ਤਿਆਰ ਹੋ ਜਾਂਦਾ। ਭਗਤ ਜੀ ਕਹਿੰਦੇ ਨੇ, ਹੇ ਮੇਰੀ ਮਾਂ, ਜਬ ਲਗ ਤਾਗਾ ਬਾਹੂੰ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਜਦੋਂ ਕਹਿੰਦਾ ਮੈਂ ਧਾਗਾ ਖਿੱਚਦਾ ਹਾਂ ਫੂਕ ਮਾਰ ਕੇ ਅੰਦਰ ਵੱਲ, ਤੇ ਮੇਰਾ ਰਾਮ ਭੁੱਲ ਜਾਂਦਾ, ਇਸ ਲਈ ਮੈਂ ਇਹ ਘਾਟੇ ਬੰਦਾ ਸੌਦਾ ਨਹੀਂ ਕਰ ਸਕਦਾ। ਲਓ, ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਕਿੰਨੀ ਬਰੀਕੀ ਨਾਲ ਸੋਚਿਆ, ਪਰ ਅਸੀਂ ਸੋਚਦੇ ਹਾਂ ਕਦੇ? ਗੁਰੂ ਮਹਾਰਾਜ ਨੇ ਇੱਕੋ ਪੰਕਤੀ ਵਿੱਚ ਸਾਨੂੰ ਸਾਵਧਾਨ ਕਰ ਦਿੱਤਾ। ਆਖਿਆ ਕੰਮ ਤੇ ਕਰੋ, ਕੰਮ ਕਰਨ ਤੋਂ ਤੁਹਾਨੂੰ ਨਹੀਂ ਰੋਕਦੇ। ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ। ਤੈਸੀ ਵਸਤ ਵਿਸਾਈ ਹੈ, ਜੈਸੀ ਨਿਭੈ ਨਾਲ। ਅੱਗੇ ਸ਼ਾਹ ਸੁਜਾਨ ਹੈ,
ਲੈਸੀ ਵਸਤ ਸੰਭਾਲ। ਆਖਿਆ ਉਹ ਸ਼ਾਹ ਬੜਾ ਸਿਆਣਾ ਹੈ, ਉਸ ਨੇ ਸਾਡੇ ਕੋਲੋਂ ਇੱਕ ਇੱਕ ਮਿੰਟ ਦਾ ਹਿਸਾਬ ਲੈਣਾ। ਉਹਨੇ ਪੁੱਛਣਾ ਹੈ, ਦੇਖੋ ਸੌਖੇ ਤੋਂ ਸੌਖੇ ਤਰੀਕੇ ਨਾਲ ਜੇ ਸਮਝਣਾ ਹੋਵੇ, ਅਸੀਂ ਆਪਣੇ ਬੱਚੇ ਨੂੰ ਕੁਝ ਪੈਸੇ ਦੇ ਕੇ ਬਾਜ਼ਾਰ ਵਿੱਚ ਭੇਜਦੇ ਹਾਂ, ਜਾ ਬੇਟਾ ਚੀਜ਼ ਖਰੀਦ ਕੇ ਲਿਆ। ਬੱਚਾ ਚਲਾ ਗਿਆ, ਚੀਜ਼ ਖਰੀਦ ਕੇ ਲਿਆਇਆ, ਤਾਂ ਤੁਹਾਨੂੰ ਪੁੱਛਣ ਦਾ ਹੱਕ ਤੇ ਹੈ ਨਾ, ਬੇਟਾ ਕਿੰਨੇ ਦੀ ਚੀਜ਼ ਲਿਆਇਆ, ਜਰਾ ਸਾਨੂੰ ਦਿਖਾ, ਖਰੀ ਹੈ ਕਿ ਖੋਟੀ ਹੈ। ਤੇ ਜੇ ਬੱਚਾ ਆਖੇ ਜੀ ਤੁਹਾਨੂੰ ਇਸ ਗੱਲ ਨਾਲ ਕੀ ਲੱਗੇ, ਐਸਾ ਹੋ ਨਹੀਂ ਸਕਦਾ। ਇੱਕ ਮਾਲਕ ਨੌਕਰ ਨੂੰ ਭੇਜਦਾ, ਜਾ ਕੰਮ ਕਰਕੇ ਆ, ਤੇ ਫਿਰ ਮਾਲਕ ਪੁੱਛੇਗਾ ਵੀ ਨਾ ਵੀ ਕੀ ਕਰਕੇ ਆਏ। ਸੱਚਮੁੱਚ ਇਸੇ ਤਰ੍ਹਾਂ ਗੁਰਦੇਵ ਸਾਨੂੰ ਮਾਰਗਦਰਸ਼ਨ ਕਰਦੇ ਨੇ। ਬਈ ਜੇ ਇੱਕ ਨੂੰ ਭੁੱਲ ਗਏ ਤੇ ਹੋਰ ਧੰਦੇ ਕਰਦੇ ਰਹੇ, ਉਹ ਧੰਦੇ ਘਾਟੇ ਬੰਦੇ ਹਨ। ਮੇਰੇ ਪਿਤਾ ਜੀ ਨੇ ਇੱਕ ਬੜੀ ਸੁੰਦਰ ਗੱਲ ਸੁਣਾਈ। ਕਹਿੰਦੇ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ, ਆੜ੍ਹਤੀ ਸੀ। ਉਹਦੇ ਕੋਲ 2 ਨੌਕਰ ਸਨ। ਇੱਕ ਤਾਂ ਸੀ ਮੁਨੀਮ, ਜਿਹੜਾ ਗੱਦੀ ਉੱਤੇ ਬੈਠ ਕੇ ਵਹੀ ਖਾਤੇ ਦਾ ਕੰਮ ਕਰਦਾ, ਤੇ ਇੱਕ ਸੀ ਪਾਣੀ ਪਿਲਾਉਣ ਵਾਲਾ। ਉਹਦੀ ਤਨਖਾਹ ਸੀ 200 ਰੁਪਏ, ਉਹਦੀ ਤਨਖਾਹ ਸੀ 2000 ਰੁਪਏ। ਜਿਹੜਾ ਪਾਣੀ ਪਿਲਾਉਣ ਵਾਲਾ ਸੀ ਉਹ ਸਭ ਤੋਂ ਪਹਿਲਾਂ ਆਉਂਦਾ, ਆ ਕੇ ਝਾੜੂ ਪੋਚਾ ਕਰਦਾ, ਤੇ ਸਾਰਾ ਦਿਨ ਉਹਦੀ ਅੱਡੀ ਨਹੀਂ ਸੀ ਲੱਗਦੀ, ਲਿਆ ਪਾਣੀ, ਲਿਆ ਚਾਹ, ਲਿਆ ਆ, ਲਿਆ ਉਹ। ਤੇ ਜਿਹੜਾ ਮੁਨੀਮ ਸੀ ਉਹ ਆਉਂਦਾ ਵੀ ਲੇਟ, ਤੇ ਗੱਦੀ ਉੱਤੇ ਬੈਠਾ ਰਹਿੰਦਾ। ਇੱਕ ਦਿਨ ਉਸ ਪਾਣੀ ਪਿਲਾਉਣ ਵਾਲੇ ਦੇ ਚਿੱਤ ਵਿੱਚ ਆਇਆ ਵੀ ਮੈਂ ਆਪਣੇ ਮਾਲਕ ਨੂੰ ਪੁੱਛਾਂ, ਮਾਲਕ ਜੀ ਨੌਕਰ ਇਹ ਵੀ ਤੁਹਾਡਾ ਤੇ ਮੈਂ ਵੀ ਤੁਹਾਡਾ, ਮੇਰੀ ਤਨਖਾਹ 200 ਰੁਪਈਏ, ਇਹਦੀ ਤਨਖਾਹ 2000, ਇੰਨਾ ਫਰਕ ਕਿਉਂ ਹੈ? ਮੈਂ ਆਉਂਦਾ ਵੀ ਪਹਿਲਾਂ ਹਾਂ, ਜਾਂਦਾ ਵੀ ਪਿੱਛੋਂ ਹਾਂ, ਸਾਰਾ ਦਿਨ ਮੇਰੀ ਕੋਈ ਅੱਡੀ ਨਹੀਂ ਲੱਗਣ ਦਿੰਦਾ। ਇਹ ਆਉਂਦਾ ਵੀ ਪਿੱਛੋਂ ਹੈ, ਜਾਂਦਾ ਵੀ ਪਹਿਲਾਂ ਹੈ, ਤੇ ਗੱਦੀ ਉੱਤੇ ਬੈਠਾ ਰਹਿੰਦਾ। ਮਾਲਕ ਨੇ ਸੁਣ ਲਿਆ, ਕਹਿਣ ਲੱਗਾ ਕੋਈ ਗੱਲ ਨਹੀਂ, ਤੇਰਾ ਸਵਾਲ ਦਾ ਜਵਾਬ ਦਿਆਂਗੇ। ਇੱਕ ਦਿਨ ਮਾਲਕ ਬਾਹਰੋਂ ਆਇਆ ਤੇ ਦੁਕਾਨ ਤੇ ਉਸ 200 ਵਾਲੇ ਨੂੰ ਕਹਿਣ ਲੱਗਾ, ਭਾਈ ਸਾਡੇ ਸ਼ਹਿਰ ਦੇ ਬਾਹਰ ਇੱਕ ਊਠ ਵਾਲਾ ਵਪਾਰੀ, ਜਿਹਦੇ ਕੋਲ ਬਹੁਤ ਸਾਰੇ ਊਠ ਨੇ, ਤੇ ਪਤਾ ਕਰਕੇ ਆ ਵੀ ਉਹ ਊਠ ਕਿੱਥੋਂ ਆਏ ਨੇ ਤੇ ਕਿੱਥੇ ਜਾਣਾ, ਉਹਨਾਂ ਉੱਤੇ ਕੀ ਲੱਦਿਆ ਹੋਇਆ। ਉਹ ਚਲਾ ਗਿਆ। ਜਾ ਕੇ ਉਸਨੇ ਊਠਾਂ ਵਾਲੇ ਨੂੰ ਪੁੱਛਿਆ, ਕਿਉਂ ਬਈ ਊਠ ਕਿੱਥੋਂ ਆਏ ਨੇ, ਕਿੱਥੇ ਜਾਣੇ ਨੇ? ਉਹ ਕਹਿੰਦੇ ਜੀ ਕਾਬਲ ਤੋਂ ਆਏ ਨੇ, ਫਲਾਣੇ ਸ਼ਹਿਰ ਜਾਣ। ਕੀ ਲੱਦਿਆ? ਕਹਿੰਦੇ ਬਦਾਮ ਲੱਦੇ ਨੇ। ਵਾਪਸ ਆ ਗਿਆ। ਆ ਕੇ ਮਾਲਕ ਨੂੰ ਕਹਿਣ ਲੱਗਾ ਜੀ ਊਠ ਫਲਾਣੀ ਜਗ੍ਹਾ ਤੋਂ ਆਏ ਨੇ, ਫਲਾਣੀ ਜਗ੍ਹਾ ਜਾਣਾ ਹੈ, ਉਹਨਾਂ ਤੇ ਬਦਾਮ ਲੱਦੇ ਹੋਏ ਨੇ। ਇੰਨੀ ਗੱਲ ਮਾਲਕ ਨੇ ਮੁਨੀਮ ਨੂੰ ਕਹੀ। ਮੁਨੀਮ ਗਿਆ, ਉਸ ਨੇ ਵੀ ਪੁੱਛਿਆ, ਉਹਨਾਂ ਨੇ ਦੱਸਿਆ। ਕਹਿਣ ਲੱਗਾ ਇਹ ਦੱਸੋ ਕਿ ਜੇ ਤੁਹਾਨੂੰ ਬਦਾਮ ਇਸ ਭਾਅ ਮੰਡੀ ਵਿੱਚ ਖਰੀਦ ਲਈਏ, ਵੇਚੋਗੇ? ਉਹਨਾਂ ਨੇ ਸੋਚਿਆ ਜਿੰਨੀ ਦੇਰ ਸਾਨੂੰ ਉੱਥੇ ਜਾਂਦਿਆਂ ਲੱਗੇਗੀ, ਇੰਨੀ ਦੇਰ ਵਿੱਚ ਅਸੀਂ ਫੇਰ ਹੋਰ ਲੱਦ ਕੇ ਲਿਆਵਾਂਗੇ। ਗੱਲ ਤਾਂ ਬੜੀ ਲੰਬੀ ਹੈ, ਪਰ ਵਿਚਾਰਨ ਵਾਲੀ। ਮੁਨੀਮ ਨੇ ਸੌਦਾ ਕਰ ਲਿਆ ਤੇ ਬਦਾਮ ਮੰਡੀ ਵਿੱਚ ਢੇਰੀ ਕਰਕੇ ਵੇਚ ਦਿੱਤੇ। ਉਹਨਾਂ ਦੇ ਪੈਸੇ ਉਹਨਾਂ ਨੂੰ ਫੜਾ ਦਿੱਤੇ। ਜਿਹੜਾ ਮੁਨਾਫਾ ਹੋਇਆ ਉਹ ਲੈ ਕੇ ਦੁਕਾਨ 'ਤੇ ਆ ਗਿਆ ਤੇ ਮਾਲਕ ਨੂੰ ਕਹਿੰਦਾ ਜੀ ਆਹ ਲਓ ਪੈਸੇ। ਕਹਿੰਦੇ ਕਾਹਦੇ? ਕਹਿੰਦੇ ਤੁਸੀਂ ਮੈਨੂੰ ਭੇਜਿਆ ਸੀ ਕਿ ਪਤਾ ਕਰਕੇ ਆ ਕਿ ਊਠ ਕਿੱਥੋਂ ਆਏ ਨੇ, ਕਿੱਥੇ ਜਾਣਾ ਤੇ ਕੀ ਲੱਦਿਆ। ਮਾਲਕ ਨੇ ਉਸ ਪਾਣੀ ਪਿਲਾਉਣ ਵਾਲੇ ਨੂੰ ਵੀ ਬੁਲਾ ਲਿਆ। ਆਂਦਾ ਦੇਖ ਭਾਈ, ਤੈਨੂੰ ਵੀ ਇਹੀ ਗੱਲ ਕਹੀ ਸੀ,
ਵੀ ਪਤਾ ਕਰਕੇ ਆ ਊਠ ਕਿੱਥੋਂ ਆਏ ਨੇ, ਕਿੱਥੇ ਜਾਣੇ, ਕੀ ਲੱਦਿਆ। ਇੰਨੀ ਗੱਲ ਹੀ ਮੈਂ ਮੁਨੀਮ ਨੂੰ ਕਹੀ, ਇਹ ਇੰਨੇ ਪੈਸੇ ਕਮਾ ਕੇ ਲਿਆਏ। ਨੌਕਰ ਤੇ ਮੇਰਾ ਹੀ ਹੈ, ਪਰ ਇਹ ਕਿਤਨਾ ਅਕਲਮੰਦ ਹੈ। ਹੁਣ ਤੇਰੇ ਸਵਾਲ ਦਾ ਜਵਾਬ ਮਿਲ ਗਿਆ। ਤੈਨੂੰ ਤਨਖਾਹ ਇਸ ਲਈ ਘੱਟ ਮਿਲਦੀ ਵੀ ਤੂੰ ਓਨਾ ਹੀ ਕੰਮ ਕਰਦਾ ਜਿੰਨਾ ਕਹਿੰਦੇ। ਇਹਨੇ ਹੋਰ ਲਾਹੇਵੰਦਾ ਕੀਤਾ। ਸੱਚਮੁੱਚ ਕਹਿਣ ਦਾ ਮਤਲਬ ਹੈ ਤੇ ਅਸੀਂ ਸਾਰੇ ਪਰਮਾਤਮਾ ਦੇ ਨੌਕਰ, ਪਰ ਦੇਖਣਾ ਇਹ ਹੈ ਕਿ ਕਿਹੜਾ ਬੰਦਾ ਕਿਤਨਾ ਲਾਹੇਵੰਦਾ ਸੌਦਾ ਕਰਦਾ। ਲਓ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਆਖਿਆ ਹੇ ਮਨੁੱਖੋ, ਹੇ ਪ੍ਰਾਣੀਓ, ਜੇ ਇੱਕ ਨੂੰ ਭੁੱਲ ਜਾਓਗੇ ਭਾਵੇਂ ਤੁਸੀਂ ਕਿਤਨੇ ਧੰਦੇ ਕਰ ਲਓ, ਉਹ ਖੋਟੇ ਹਨ ਤਥਾ ਘਾਟੇ ਬੰਦੇ। ਧੰਦੜੇ ਕੁਲਾ ਚਿਤ ਨ ਆਵੇ ਹੇਕੜੋ, ਨਾਨਕ ਸੇਈ ਤਨ ਫੁਟਨ, ਜਿਨਾ ਸਾਈਂ ਵਿਸਰੈ। ਆਖਿਆ ਨਾਨਕ ਜੀ ਫਰਮਾਉਂਦੇ ਨੇ, ਸੇਈ ਤਨ ਫੁਟਨ, ਉਹ ਸਰੀਰ ਫੁੱਟ ਜਾਣਗੇ, ਉਹ ਸਰੀਰ ਵਿਕਾਰਾਂ ਨਾਲ ਗੰਦੇ ਹੋ ਜਾਣਗੇ, ਉਹਨਾਂ ਦੇ ਸਰੀਰ ਉਹਨਾਂ ਕੋੜੀਆਂ ਵਰਗੇ ਹੋ ਜਾਣਗੇ। ਜਿਵੇਂ ਕੋੜੀਆਂ ਦੇ ਸਰੀਰ ਫੁੱਟ ਜਾਂਦੇ ਨੇ, ਇਸੇ ਤਰ੍ਹਾਂ ਉਹਨਾਂ ਦੇ ਸਰੀਰ ਵਿਕਾਰੀ ਹੋ ਜਾਣਗੇ। ਜਿਨ੍ਹਾਂ ਸਾਈਂ ਵਿਸਰੈ, ਜਿਨ੍ਹਾਂ ਨੂੰ ਮਾਲਕ ਦੀ ਯਾਦ ਭੁੱਲ ਜਾਏ। ਤਾਂ ਇਹਦਾ ਮਤਲਬ ਕੰਮ ਤੇ ਕਰਨਾ ਹੈ। ਬਾਬਾ ਨਾਨਕ ਜੀ ਨੇ ਇਸੇ ਲਈ ਕਿਹਾ, ਕਿਰਤ ਕਰੋ ਪਰ ਨਾਮ ਵੀ ਜਪੋ, ਤੇ ਫਿਰ ਨਾਮ ਜਪ ਕੇ ਵੰਡ ਕੇ ਵੀ ਚੱਕੋ। ਮਹਿਲਾ ਪੰਜਵਾਂ, ਪ੍ਰੇਤੋਂ ਕੀਤੋਂ ਨ ਦੇਵਤਾ, ਤਿਨ ਕਰਨੈ ਹਾਰੇ। ਆਖਿਆ ਉਸ ਕਰਨਹਾਰ ਪਰਮਾਤਮਾ ਨੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਬਖਸ਼ੀ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨ ਲਿਆ, ਉਹਨਾਂ ਦੀ ਪ੍ਰੇਤਾਂ ਵਰਗੀ ਬਿਰਤੀ ਬਦਲ ਕੇ ਦੇਵਤੇ ਬਣ ਗਏ। ਛੋਟੇ ਹੁੰਦਿਆਂ ਅਸੀਂ ਪੜ੍ਹਿਆ ਕਰਦੇ ਸਾਂ, ਪਸ਼ੂ ਤਰ ਗਏ ਪ੍ਰੇਤ ਤਰ ਜਾਣਗੇ, ਬਾਬਾ ਤੇਰੀ ਬਾਣੀ ਸੁਣ ਕੇ। ਜਿਹੜੇ ਬਾਬੇ ਦੀ ਬਾਣੀ ਨੂੰ ਸੁਣ ਕੇ ਸਮਝ ਜਾਣਗੇ, ਆਪਣੇ ਆਪ ਨੂੰ ਸਵਾਰ ਲੈਣਗੇ, ਪਰਮਾਤਮਾ ਦੇ ਸਿਮਰਨ ਵਿੱਚ ਲੱਗ ਜਾਣਗੇ। ਪ੍ਰੇਤੋਂ ਕੀਤੋਂ ਨ ਦੇਵਤਾ, ਤਿਨ ਕਰਨੈ ਹਾਰੇ। ਸਭੇ ਸਿੱਖ ਉਬਾਰੇ, ਪ੍ਰਭ ਕਾਜ ਸਵਾਰੇ। ਤੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਮੱਤ ਮੰਨ ਕੇ ਆਪਣੇ ਜੀਵਨ ਨੂੰ ਚੰਗੇ ਪਾਸੇ ਲਾ ਲਿਆ, ਉਹ ਉਭਰ ਗਏ, ਬਚ ਗਏ। ਤੇ ਪ੍ਰਭ ਕਾਜ ਸਵਾਰੇ, ਪ੍ਰਭ ਦੇ ਭੱਬੇ ਨੂੰ ਸਿਆਰੀ ਹੈ। ਪ੍ਰਭੂ ਨੇ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੱਤੇ। ਨਿੰਦਕ ਪਕੜ ਪਛਾੜਿਆਂ, ਝੂਠੇ ਦਰਬਾਰੇ। ਆਖਿਆ ਜਿਹੜੇ ਨਿੰਦਾ ਕਰਨ ਵਿੱਚ, ਚੁਗਲੀ ਕਰਨ ਵਿੱਚ, ਦੂਜਿਆਂ ਦਾ ਬੁਰਾ ਤੱਕਣ 'ਚ ਲੱਗੇ ਰਹਿੰਦੇ ਨੇ, ਉਹ ਪਕੜ ਪਛਾੜਿਆਂ, ਉਹਨਾਂ ਨੂੰ ਪਕੜ ਕੇ ਪਟਕਾ ਕੇ ਮਾਰਿਆ ਜਾਏਗਾ। ਔਰ ਵਾਹਿਗੁਰੂ ਦੇ ਦਰਬਾਰ ਵਿੱਚ ਉਹ ਝੂਠੇ ਸਾਬਤ ਹੋਣਗੇ। ਦੇਖੋ ਵਿਸ਼ਰਾਮ ਬੜੇ ਧਿਆਨ ਨਾਲ ਦੇਣਾ। ਨਿੰਦਕ ਪਕੜ ਪਛਾੜਿਆਂ, ਝੂਠੇ ਦਰਬਾਰੇ। ਹੁਣ ਝੂਠੇ ਦਰਬਾਰੇ ਇਕੱਠਾ ਨਹੀਂ ਕਹਿਣਾ, ਉਹ ਪਰਮਾਤਮਾ ਦੀ ਦਰਗਾਹ ਵਿੱਚ ਝੂਠੇ ਕਹੇ ਜਾਣਗੇ। ਨਾਨਕ ਕਾ ਪ੍ਰਭ ਵੱਡਾ ਹੈ, ਆਪ ਸਾਜ ਸਵਾਰੇ। ਆਖਿਆ ਉਸ ਨਾਨਕ ਦਾ ਪ੍ਰਭੂ ਵੱਡਾ ਹੈ, ਤਥਾ ਨਾਨਕ ਜੀ ਫਰਮਾਉਂਦੇ ਨੇ ਵਾਹਿਗੁਰੂ ਬਹੁਤ ਵੱਡਾ, ਉਹਦੀ ਸ਼ਰਨ ਵਿੱਚ ਆ ਜਾਓ, ਉਹਦਾ ਸਿਮਰਨ ਕਰੋ, ਉਹ ਫਿਰ ਆਪ ਹੀ ਸਾਨੂੰ ਸਵਾਰ ਦਿੰਦਾ। ਜੇ ਅਸੀਂ ਉਹਦੀ ਸ਼ਰਨ ਵਿੱਚ ਆ ਜਾਈਏ, ਉਹ ਫਿਰ ਕਈ ਵਿਗੜਿਆਂ ਨੂੰ ਵੀ ਸਵਾਰ ਦਿੰਦਾ। ਕਿੰਨਿਆਂ ਦੀ ਮਿਸਾਲ ਦਿੱਤੀ ਜਾਏ, ਬਾਬਾ ਨਾਨਕ ਜੀ ਨੇ ਕਿਤਨਾ ਸਫ਼ਰ ਕੀਤਾ, ਕਿੱਥੇ ਕਿੱਥੇ ਗਏ, ਤੇ ਕੌਡੇ ਰਾਖਸ਼ ਵਰਗੇ, ਭੂਮੀਏ ਚੋਰ ਵਰਗੇ, ਠੱਗ ਵਰਗੇ, ਜਿਨ੍ਹਾਂ ਨੂੰ ਸੱਜਣ ਬਣਾ ਦਿੱਤਾ। ਕਹਿੰਦੇ ਇਸ ਤਰ੍ਹਾਂ ਨਾਮ ਵਿੱਚ ਜੋੜ ਕੇ ਸਵਾਰ ਦਿੰਦਾ। ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀਂ। ਆਖਿਆ ਵਾਹਿਗੁਰੂ ਬੇਅੰਤ ਹੈ,
ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਸਭ ਤਿਸੈ ਕਰਨਾ, ਉਹ ਸਾਰਾ ਕੁਝ ਕਰਨ ਦੀ ਤਾਕਤ ਰੱਖਦਾ। ਇਸੇ ਲਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੈ ਬਖਸ਼। ਅਸੀਂ ਤੇਰੀ ਸ਼ਰਨ ਵਿੱਚ ਹਾਂ, ਸਾਡੇ ਤੇ ਕਿਰਪਾ ਕਰੋ, ਸਾਨੂੰ ਤੁਸੀਂ ਤਾਰ ਲਓ। ਪ੍ਰਭ ਬੇਅੰਤ ਕਿਛ ਅੰਤ ਨਾਏ, ਸਭ ਤਿਸੈ ਕਰਣਾ, ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ। ਉਹ ਪਰਮਾਤਮਾ ਜਿਹੜਾ ਮਨ ਦੀ ਪਹੁੰਚ ਤੋਂ ਦੂਰ ਹੈ, ਜਿਹੜਾ ਇੰਦਰੀਆਂ ਦੇ ਗੋਚਰੇ ਨਹੀਂ, ਜਿਹੜਾ ਸਾਰੇ ਜੀਵਾਂ ਦਾ ਪਰਣਾ ਆਸਰਾ, ਹਸਤ ਦੇ ਪਤ ਪਾਲਦਾ ਭਰਨ ਪੋਖਣ ਕਰਨਾ, ਜਿਹੜਾ ਹੱਥ ਦੇ ਕੇ ਸਭ ਜੀਵਾਂ ਦੀ ਪ੍ਰਤਪਾਲਾ ਕਰਦਾ ਔਰ ਜੀਵਾਂ ਦਾ ਢਿੱਡ ਭਰਦਾ, ਪੋਖਣ ਕਰਨਾ, ਪਾਲਦਾ ਹੈ। ਇਸੇ ਲਈ ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ, ਅਸੀਂ ਤਾਂ ਤੁਹਾਡੇ ਦਰ ਦੇ ਸੇਵਕ ਹਾਂ, ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਵੀ ਤੁਸੀਂ ਚੰਗੇ ਰਸਤੇ ਲਾਓ। ਮਿਹਰਬਾਨ ਬਖਸ਼ਿੰਦੇ ਆਪ, ਜਪ ਸੱਚੇ ਤਰਣਾ। ਆਖਿਆ ਉਹ ਬੜਾ ਮਿਹਰਬਾਨ ਹੈ, ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਹਾਂ, ਉਹਦੀ ਸ਼ਕਤੀ ਨੂੰ ਮੰਨੀਏ, ਉਹਦੇ ਅੱਗੇ ਸਰੈਂਡਰ ਕਰੀਏ, ਉਹਦੇ ਅੱਗੇ ਸਿਰ ਝੁਕਾ ਦਈਏ। ਫਿਰ ਮਿਹਰਬਾਨ ਬਖਸ਼ਿੰਦੇ ਆਪ, ਜਪ ਸੱਚੇ ਤਰਣਾ। ਜਪ ਦੇ ਪੱਪੇ ਨੂੰ ਸਿਆਰੀ ਹੈ, ਉਸ ਸੱਚੇ ਨੂੰ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ। ਜੋ ਤੁਧ ਭਾਵੈ ਸੋ ਭਲਾ, ਨਾਨਕ ਦਾਸ ਸ਼ਰਣਾ। ਨਾਨਕ ਜੀ ਫਰਮਾਉਂਦੇ ਨੇ ਹੇ ਵਾਹਿਗੁਰੂ, ਜੋ ਤੁਧ ਭਾਵੈ ਸੋ ਭਲਾ। ਅਸੀਂ ਪਰਮਾਤਮਾ ਦੀ ਹਰ ਗੱਲ ਉੱਤੇ ਨੁਕਤਾਚੀਨੀ, ਕਿੰਤੂ ਪਰੰਤੂ, ਟੀਕਾ ਟਿੱਪਣੀ ਕਰਨੋਂ ਨਹੀਂ ਹਟਦੇ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸੋ ਭਲਾ, ਜੋ ਤੈਨੂੰ ਚੰਗਾ ਲੱਗੇ ਉਹ ਚੰਗਾ ਹੈ, ਤਥਾ ਜਿਹੜਾ ਤੈਨੂੰ ਜੀਵ ਚੰਗਾ ਲੱਗਦਾ ਉਹ ਭਲਾ ਹੈ। ਨਾਨਕ ਦਾਸ ਸ਼ਰਣਾ। ਨਾਨਕ ਜੀ ਫਰਮਾਉਂਦੇ ਨੇ ਮੈਂ ਤੇ ਤੁਹਾਡੀ ਸ਼ਰਨ ਵਿੱਚ ਹਾਂ, ਤਥਾ ਅਸੀਂ ਜੀਵ ਤੇਰੀ ਸ਼ਰਨ ਵਿੱਚ ਹਾਂ। ਤੂੰ ਆਪ ਕਿਰਪਾ ਕਰਕੇ ਸਾਨੂੰ ਚੰਗੇ ਪਾਸੇ ਲਾ, ਸਾਨੂੰ ਆਪਣੇ ਨਾਮ ਸਿਮਰਨ ਵਿੱਚ ਜੋੜ, ਤਾਂ ਜੋ ਅਸੀਂ ਵੀ ਇਸ ਮਨੁੱਖਾ ਜੀਵਨ ਨੂੰ ਸਫਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।